आशिक हार गोविंद शुभ मत प्रकाशक गुरु हार राय नामो कार जोरी नमो कार जोरी गुरु हर कृष्ण नामो बहोरी तेग बहादुर परम कृपाला वाहिगुरु परम कृपाला श्री गुरु गोबिंद सिंह विसाला तरों तरा पग पुन पुन सीसा पग पुन पुन सीसा बंदों जी बार बार जगदीशा जाम अमृत ज्ञान है मानक भगत बैराग धन श्री गुरु ग्रंथ उदद बंदों कर अनुराग एकंकार सतगुरु जिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए विष्टा मूत्र जुकत तुर गंदे केह को पेखल बाए मत अंधे मुख में थूक सींड बहु नसा ऊपर चरम बाल है रसा। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी आप जी वड भागे हो जो 8वें पातशाह बाला प्रीतम सतगुरु जिस डिठे सब दुख जाए इन्हां अजमतां वडियाइयां दे मालिक
ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਤਰਤ ਲੁਕਾਈ ਨੂੰ ਸੋਧ ਦੇ, ਜਗਤ ਜਲੰਦੇ ਦਾ ਉਧਾਰ ਕਰਦੇ। ਦੂਸਰੀ ਉਦਾਸੀ ਆਰੰਭ ਕਰਦੇ ਨੇ ਔਰ ਚੱਲਦੇ ਚੱਲਦੇ ਸਤਿਗੁਰੂ ਜੀ ਭੂਟਾਨ ਪਹੁੰਚੇ ਨੇ। ਇੱਥੋਂ ਦਾ ਜਿਹੜਾ ਰਾਜਾ ਸੀ ਉਹ ਕਾਮ ਵਾਸ਼ਨਾਵਾਂ ਦੇ ਵਿੱਚ ਉਹ ਪ੍ਰਵਿਰਤ ਸੀ। ਉਹਦੇ ਬਾਰੇ ਇਹ ਗੱਲ ਇਤਿਹਾਸ ਨੇ ਲਿਖੀ ਹੈ ਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਇੱਥੋਂ ਤੱਕ ਮਜਬੂਰ ਕਰਦਾ ਸੀ ਕਿ ਜੇ ਕਿਸੇ ਦਾ ਵਿਆਹ ਹੋਵੇ ਤਾਂ ਉਸ ਦੀ ਬਹੂ ਜਿਹੜੀ ਹੈ ਉਹ ਪਹਿਲਾਂ ਰਾਜੇ ਦੇ ਮਹਿਲਾਂ ਵਿੱਚ ਰਾਤ ਰਵੇ ਫਿਰ ਘਰ ਜਾਵੇ। ਇਸ ਤਰ੍ਹਾਂ ਦਾ ਬਦਕਰਮੀ ਰਾਜਾ ਸਤਿਗੁਰੂ ਜਦੋਂ ਇਸ ਦੇਸ਼ ਆਏ, ਰਾਜੇ ਨੂੰ ਪਤਾ ਲੱਗਿਆ, ਉਹ ਗੁਰੂ ਜੀ ਵਾਸਤੇ ਸੇਵਾ ਲੈ ਕੇ ਆਇਆ। ਸਤਿਗੁਰੂ ਪਿਤਾ ਜੀ ਨੇ ਹੁਕਮ ਕੀਤਾ ਕਿ ਨਹੀਂ, ਨਰਨ ਪ੍ਰਬੋਧਿਓ ਨਰਪਤ ਆਇਓ ਬਸਤਰ ਆਹਾਰ, ਉਪਾਇਨ ਲਿਆਇਓ ਆਣ ਚਰਨ ਪਰ ਬੰਧਨ ਕਰਕੇ, ਕਰੀ ਬਿਨੈ ਬਚ ਦੀਨ ਉਚਰ ਕੇ। ਪ੍ਰਜਾ ਦੇ ਲੋਕਾਂ ਨੇ ਰਾਜੇ ਨੂੰ ਪ੍ਰੇਰਿਆ ਕਿ ਆਪਣੀ ਨਗਰੀ ਵਿੱਚ ਕੋਈ ਸੰਤ ਆਇਆ, ਰਾਜਾ ਬਸਤਰ ਲੈ ਕੇ ਭੋਜਨ ਲੈ ਕੇ
ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਉਸਨੇ ਮੱਥਾ ਟੇਕਿਆ। ਕਹਿਣ ਲੱਗਾ ਜੀ ਸੇਵਾ ਪ੍ਰਵਾਨ ਕਰੋ, ਅੰਗੀਕਾਰ ਕਰੋ। रुच सो खावो रुचर आहारा, सुंदर पैरो चीर शरीरा, संत रूप तुम गुणी गहीरा। सोने कपड़े पाओ, सोना भोजन खाओ, मेरी सेवा प्रवान करो। सतगुरु कहन लगे ये चीज़ां साडे काम दियां नहीं। गुर कै हमरे काज न देहो गरीबन जाए, त्रिपत सर्ब वस्तून सो हमको चाहे ना काए। सतगुरु कहते सानू कोई इच्छा नहीं है तू गरीबां विच वंड दे भाई। वो कहन लगा जी नहीं, मेरी सेवा जरूर प्रवान करो। तदों फिर सतगुरु जी ने कहा कि राजा ਜਿਹੜੇ ਤੂੰ ਮਾੜੇ ਕਰਮ ਕਰਦਾ ਹੈ, ਤੂੰ ਉਹਨਾਂ ਕਰਮਾਂ ਦਾ ਤਿਆਗ ਕਰ। ਇੱਥੇ ਫਿਰ ਸਤਿਗੁਰੂ ਜੀ ਨੇ ਕੁਝ ਉਪਦੇਸ਼ ਦਿੱਤੇ ਕਿ ਕਿਉਂ ਇੱਕ ਆਦਮੀ ਜਿਹੜਾ ਉਹ ਕਿਸੇ ਔਰਤ, ਕਿਸੇ ਇਸਤਰੀ ਤੋਂ ਪ੍ਰਭਾਵਿਤ ਹੁੰਦਾ ਹੈ। सतगुरु जी ने दसिया कि ये जिहड़ा शरीर है ये चर्बी दा, ये रकत दा, चम दा लपेटिया होया शरीर है। उदां ही असीं इहनूं गोरा रंग वेख के सुंदर कहने आ, पर सच ये है कि इहदे विच विष्टा है, ਇਹਦੇ ਵਿੱਚ ਮਲ ਮੂਤਰ ਹੈ, ਦੁਰਗੰਧੀ ਹੈ। ਮੂਰਖ ਲੋਕ ਜਿਹੜੇ ਨੇ ਉਹ ਲਭਾਏਮਾਨ ਹੁੰਦੇ ਨੇ। ਹਾਂਜੀ। हे नृप इस प्रकार और तारो, वसत कौन सी भली विचारो। ऐ राजा ये दस ਇਹਦੇ ਵਿੱਚ ਭਲੀ ਵਸਤੂ ਕਿਹੜੀ ਹੈ? ਤੂੰ ਰਾਜਾ ਹੈ, ਤੇਰਾ ਇੱਕ ਧਰਮ ਹੈ, ਤੂੰ ਏਡੀ ਵੱਡੀ ਪਦਵੀ ਤੇ ਬੈਠਾ ਹੈ, ਤੈਨੂੰ ਇਹ ਕਰਮ ਕਰਨੇ ਬਣ ਆਉਂਦੇ ਨੇ। ਹਾਂਜੀ। ਮਹਾਦੁਰ ਗੰਧ ਮੰਦਨੀ ਸੋ, ਅਹ ਨਾਰ ਕੀ ਪ੍ਰੀਤੇ ਜੋ। ਸਤਿਗੁਰੂ ਜੀ ਕਹਿਣ ਲੱਗੇ ਇਹ ਦੁਰਗੰਧ ਮੰਦਨੀ, ਇਹ ਪ੍ਰੀਤ ਰਾਜਨ, ਇਹ ਤੈਨੂੰ ਤਿਆਗ ਦੇਣੀ ਚਾਹੀਦੀ ਹੈ। ਹਾਂਜੀ। ਜੋ ਪਰਤਾਸ਼ਹੀ ਅਹ ਮਲੀਨੀ, ਬੌਰ ਸੁਨੋ ਪਰ ਤੇ ਰਤ ਕੀਨੀ। ਸਤਿਗੁਰੂ ਜੀ ਨੇ ਫਿਰ ਪਰ ਘਰ ਦੀ ਗੱਲ, ਪਰ ਇਸਤਰੀ ਦੀ ਗੱਲ ਵੀ ਉਸ ਰਾਜੇ ਨੂੰ ਸਮਝਾਈ। ਹਾਂਜੀ। ਸੋ ਪਾਵਤ ਹੈ ਨਰਕ ਮਝਾਰੀ, ਯਮ ਕੇ ਦੂਤ ਦੇਤ ਦੁਖ ਭਾਰੀ। ਇਹਦੇ ਨਾਲ ਮਨੁੱਖ ਘੋਰ ਨਰਕਾਂ ਦਾ ਅਧਿਕਾਰੀ ਬਣਦਾ ਹੈ। ਜਮਦੂਤ ਜਿਹੜੇ ਨੇ ਉਸ ਵਿਅਕਤੀ ਨੂੰ ਬੜੀਆਂ ਸਜ਼ਾਵਾਂ ਦਿੰਦੇ ਨੇ, ਬੜੇ ਵੱਡੇ ਦੁੱਖ ਦਿੰਦੇ ਨੇ। ਹਾਂਜੀ। ਕਰ ਲੋਹੇ ਕੀਤੀ ਤਪਾਵੈ, ਬਾਂਧ ਤਾਹੇ ਗਰ ਸੰਗ ਲਗਾਵੈ। ਐਸੇ ਵਿਅਕਤੀ ਨੂੰ ਲੋਹੇ ਦੀਆਂ ਸੀਖਾਂ, ਲੋਹੇ ਦੇ ਸਰੀਏ ਗਰਮ ਕਰਕੇ, ਤੀਲੀਆਂ ਗਰਮ ਕਰਕੇ, ਬਾਂਧ ਤਾਹੇ ਗਰ ਸੰਗ ਲਗਾਵੇਂ। ਉਹ ਫਿਰ ਗਰਮ ਸਰੀਏ ਜਿਹੜੇ ਨੇ, ਸਲਾਈਆਂ ਜਿਹੜੀਆਂ ਨੇ, ਉਹ ਉਸ ਬੰਦੇ ਦੇ ਗਲ ਵਿੱਚ ਲਾਈਆਂ ਜਾਂਦੀਆਂ ਨੇ। ਐਸੀ ਕਰੜੀ ਸਜ਼ਾ ਜਮਦੂਤ ਦਿੰਦੇ ਨੇ। ਹਾਂਜੀ। ਹੋਤ ਕਸ਼ਟ ਬਹੁ ਕਰਤ ਪੁਕਾਰਾ,
ਬੌਰ ਕਰੇ ਜਮ ਡੰਡਣ ਮਾਰਾ। ਇਸ ਤਰ੍ਹਾਂ ਹੋਤ ਕਸ਼ਟ ਬਹੁ ਕਰਤ ਪੁਕਾਰਾ, ਬੜਾ ਕਸ਼ਟ ਹੁੰਦਾ ਹੈ, ਸਜ਼ਾ ਮਿਲਦੀ ਹੈ, ਦੁੱਖ ਸਹਾਰਨੇ ਪੈਂਦੇ ਨੇ। ਫਿਰ ਵਿਅਕਤੀ ਕੀ ਕਰਦਾ ਹੈ? ਵਿਅਕਤੀ ਪੁਕਾਰ ਕਰਦਾ ਹੈ, ਕੋਈ ਹੈ ਮੈਨੂੰ ਜਿਹੜਾ ਛੁਡਾ ਦੇਵੇ, ਕੋਈ ਹੈ ਭਾਈ ਜਿਹੜਾ ਇਹਦੇ ਵਿੱਚ ਮੇਰੀ ਮਦਦ ਕਰ ਦੇਵੇ। ਫਿਰ ਐਸੇ ਵਿਅਕਤੀ ਨੂੰ ਘੋਰ ਨਰਕਾਂ ਦੇ ਅਧਿਕਾਰੀ ਬਣਦੇ ਆ, ਬੜੀਆਂ ਐਸੀਆਂ ਸਖਤ ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਹਾਂਜੀ, ਛਿਣਕ ਜੇ ਮਨ ਸੁਖ ਪਾਵੇ ਕਾਮੀ, ਚਿਰੰਕਾਲ ਦੁਖ ਨਾਰਕ ਗਾਮੀ। ਇੱਕ ਛਿਣ ਮਾਤਰ ਸੁਖ ਦੀ ਖਾਤਰ ਜਿਹੜੇ ਕਾਮੀ ਲੋਕ ਨੇ, ਉਹ ਫਿਰ ਬੜੇ ਲੰਬੇ ਸਮੇਂ ਵਾਸਤੇ ਨਰਕਾਂ ਦੇ ਅਧਿਕਾਰੀ ਬਣਦੇ ਨੇ, ਉਹਨਾਂ ਨੂੰ ਨਰਕ ਭੋਗਣੇ ਪੈਂਦੇ ਨੇ। ਹਾਂਜੀ, ਅਨਕ ਪ੍ਰਕਾਰ ਤਾੜ ਨਾ ਸਹੀ, ਸਿਮਰਤ ਬੇਦ ਪ੍ਰਾਣ ਅਸ ਕਹੀ। ਇਸ ਤਰ੍ਹਾਂ ਅਨਕ ਪ੍ਰਕਾਰ ਤਾੜਨਾ ਸਹਿ, ਅਨੇਕ ਪ੍ਰਕਾਰ ਦੀਆਂ ਤਾੜਨਾ ਜਿਹੜੀਆਂ ਨੇ ਉਹ ਉਸ ਨੂੰ ਸਹਾਰਨੀਆਂ ਪੈਂਦੀਆਂ ਨੇ। ਇਹ ਗੱਲ ਸਿਮਰਤੀਆਂ ਪੜ੍ਹ ਲਓ, ਇਹ ਗੱਲ ਵੇਦ ਪੜ੍ਹ ਲਓ, ਇਹ ਗੱਲ ਪੁਰਾਣਾਂ ਵਿੱਚੋਂ ਪੜ੍ਹ ਲਓ। ਜਿੰਨੇ ਧਰਮ ਗ੍ਰੰਥ ਨੇ, ਹਰ ਧਰਮ ਗ੍ਰੰਥ ਦੇ ਵਿੱਚੋਂ ਇਹ ਗੱਲ ਪੜ੍ਹੀ ਜਾ ਸਕਦੀ ਹੈ। ਹਾਂਜੀ, ਬਚਨ ਸੁਣੇਂਦ੍ਰ ਪਸਰੋਣ ਮਜਾਰੇ, ਭਲੀ ਰੀਤ ਸੋਚੀ ਤ ਵਿਚਾਰੇ। ਰਾਜੇ ਨੇ ਗੁਰੂ ਜੀ ਦੇ ਬਚਨ ਸੁਣੇ ਤੇ ਡਰ ਗਿਆ। ਇੰਨੀਆਂ ਸਜ਼ਾਵਾਂ ਨੇ, ਇੰਨੇ ਕਸ਼ਟ ਨਰਕ ਭੋਗਣੇ ਪੈਂਦੇ ਨੇ। ਹੁਣ ਆਪਣੇ ਮਨ ਹੀ ਮਨ ਚਿੰਤਨ ਕਰਦਾ, ਮਨ ਹੀ ਮਨ ਉਹ ਵਿਚਾਰ ਕਰਦਾ। ਹਾਂਜੀ, ਲਖੇ ਆਪਣੇ ਕਲਮਲ ਭਾਰੀ, ਪਰਿਓ ਚਰਨ ਪਰ ਗੁਰੂ ਅਗਾਰੀ। ਬਚਨ ਸੁਣੇ ਰਾਜਾ ਡਰ ਗਿਆ। ਹੁਣ ਉਹਨੂੰ ਸਮਝ ਆ ਗਈ ਵੀ ਇਹ ਤਾਂ ਇੱਕ ਪਾਪ ਦੀ ਗੱਲ ਕਰਦੇ ਨੇ, ਮੈਂ ਤਾਂ ਰੋਜ਼ ਪਾਪ ਕਰਦਾ, ਕਿਉਂਕਿ ਉਹ ਤੇ ਕਰਦਾ ਹੀ ਬਹੁਤ ਵੱਡਾ ਪਾਪ ਸੀ, ਉਹ ਤਾਂ ਕਿਸੇ ਨੂੰ ਵੀ ਨਹੀਂ ਸੀ ਬਖਸ਼ਦਾ। ਆਪਣੇ ਵੱਡੇ ਪਾਪਾਂ ਨੂੰ ਜਾਣਦਿਆਂ ਹੋਇਆਂ ਪਰਿਓ ਚਰਨ ਪਰ ਗੁਰੂ ਅਗਾਰੀ, ਢਹਿ ਪਿਆ, ਕਹਿਣ ਲੱਗਾ ਜੀ ਮੈਨੂੰ ਬਚਾਓ, ਮੈਨੂੰ ਬਖਸ਼ੋ, ਮੈਂ ਤੇ ਬਹੁਤ ਵੱਡਾ ਪਾਪ। ਜਿਹੜੇ ਬਚਨ ਤੁਸੀਂ ਆਖੇ ਨੇ ਤਾਂ ਬੜੇ ਥੋੜੇ ਨੇ, ਮੇਰਾ ਪਾਪ ਤੇ ਬਹੁਤ ਵੱਡਾ ਹੈ ਇਸ ਤੋਂ। ਹਾਂਜੀ, ਹਉ ਅਜਾਣ ਬਹੁ ਪਾਪ ਕਮਾਤੇ, ਬਚਨ ਤੁਮਾਰੇ ਤੇ ਮੈਂ ਜਾਤੇ। ਆਖਿਆ ਹਉ ਅਜਾਨ ਬਹੁ ਪਾਪ ਕਮਾਤੇ। ਆਖਿਆ ਮਹਾਰਾਜ ਮੈਂ ਤੇ ਅਣਜਾਣ ਸੀ, ਫਿਰ ਮੈਂ ਤੇ ਬੜੇ ਪਾਪ ਕਮਾ ਚੁੱਕਿਆ, ਮੈਂ ਕਿਵੇਂ ਬਖਸ਼ਿਆ ਜਾਵਾਂਗਾ? ਮੇਰੇ ਕੋਲ ਤੇ ਸਜ਼ਾ ਜਿਹੜੀਆਂ ਨੇ ਸਹਾਰੀ ਨਹੀਂ ਹੋਣੀਆਂ। ਬਚਨ ਤੁਮਾਰੇ ਤੇ ਮੈਂ ਜਾਤੇ, ਮੈਨੂੰ ਪਤਾ ਵੀ ਨਹੀਂ ਸੀ ਇਸ ਤੋਂ ਪਹਿਲਾਂ ਕਿ ਇਸ ਐਸ਼ਵਰਜ ਦੀ ਸਜ਼ਾ ਕੀ ਹੈ, ਇਹਨਾਂ ਦੁਨੀਆ ਦੇ ਰੰਗ ਤਮਾਸ਼ਿਆਂ ਦੀ ਭੋਗਾਂ ਦੀਆਂ ਸਜ਼ਾਵਾਂ ਕੀ ਨੇ। ਇਹ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ, ਨਾ ਪਹਿਲਾਂ ਕਿਸੇ ਨੇ ਦੱਸਿਆ ਹੈ। ਅਸਲ 'ਚ ਲੋਕ ਡਰਦੇ ਸੀ ਰਾਜੇ ਤੋਂ, ਕੋਈ ਨਾ ਰੋਕਦਾ ਸੀ, ਨਾ ਵਰਜਦਾ ਸੀ, ਨਾ ਸਮਝਾਉਂਦਾ ਸੀ, ਤੇ ਨਾ ਹੀ ਆਮ ਆਦਮੀ ਵਿੱਚ ਹਿੰਮਤ ਹੁੰਦੀ ਹੈ ਕਿ ਕੋਈ ਜਾ ਕੇ ਵਕਤ ਦੇ ਹਾਕਮ ਨੂੰ ਕਵੇ ਕਿ ਤੂੰ ਗਲਤ ਹੈ ਬਈ, ਤੇ ਨਾ ਹੀ ਰਾਜਿਆਂ ਨੂੰ ਆਦਤ ਹੁੰਦੀ ਹੈ ਕਿ ਇਹ ਸੁਣਿਆ ਜਾਵੇ ਕਿ ਮੈਂ ਗਲਤ ਹਾਂ। ਹਾਂਜੀ, ਕਿਰਪਾ ਧਾਰ ਬਖਸ਼ੋ ਮੁਝ ਅਬਹੀ, ਬਹੁਰ ਕਰੀ ਤਕਰੋ ਨ ਕਬਹੀ। ਇਸ ਕਰਕੇ ਕਿਰਪਾ ਧਾਰੋ, ਮੈਨੂੰ ਬਖਸ਼ ਦਿਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇੱਕ ਰੀਤੀ ਮੈਂ ਮੁੜ ਕੇ ਨਹੀਂ ਕਰਾਂਗਾ। ਇਹ ਭੁੱਲ, ਇਹ ਅਵਗਿਆ,
ਇਹ ਗੁਨਾਹ ਮੈਂ ਮੁੜ ਕੇ ਨਹੀਂ ਕਰਾਂਗਾ। ਹਾਂਜੀ। ਸੁਣ ਕਰ ਭੈ ਪ੍ਰਸੰਨ ਕਿਰਪਾਲਾ, ਕਹੇ ਬਚਨ ਸੁਣੀਏ ਨਰ ਪਾਲਾ। ਤਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤਰੁੱਠੇ, ਕਹੇ ਬਚਨ ਸੁਣੀਏ ਨਰ ਪਾਲਾ। ਆਖਿਆ ਰਾਜਨ ਫਿਰ ਇੱਕ ਬਚਨ ਸੁਣ, ਜੇ ਤੂੰ ਕਹਿਣਾ ਮੈਂ ਅੱਗੇ ਤੋਂ ਪਾਪ ਨਹੀਂ ਕਰਾਂਗਾ, ਫਿਰ ਇਹ ਸਾਡਾ ਤੇਰੇ ਵਾਸਤੇ ਇੱਕ ਉਪਦੇਸ਼ ਹੈ। ਹਾਂਜੀ। ਆਗੇ ਕਰੋ ਪਾਪ ਨਾ ਕੋਈ, ਪਿਛਲੇ ਕਰੇ ਜੋ ਬਖਸ਼ੇ ਸੋਈ। ਸਤਿਗੁਰੂ ਕਹਿੰਦੇ ਅਸੀਂ ਇੱਕ ਕਾਰਜ ਤੇਰਾ ਕਰ ਦਿੰਨੇ ਆ, ਤੂੰ ਅੱਗੇ ਤੋਂ ਪਾਪ ਕੋਈ ਨਾ ਕਰੀ ਤੇ ਅਸੀਂ ਤੇਰੀਆਂ ਭੁੱਲਾਂ ਬਖਸ਼ ਦਿੰਨੇ ਆ। ਅਸੀਂ ਤੇਰੀਆਂ ਭੁੱਲਾਂ ਬਖਸ਼ ਦਿੰਦੇ ਆ, ਪਰ ਸ਼ਰਤ ਇੱਕੋ ਹੀ ਹੈ ਕਿ ਤੂੰ ਅੱਗੇ ਵਾਸਤੇ ਕੋਈ ਪਾਪ ਨਹੀਂ ਕਰੇਗਾ। ਇਹ ਗੁਰੂ ਦਾ ਬਿਰਧ ਵੀ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਹਾਂਜੀ। ਸਤਨਾਮ ਸਿਮਰੋ ਮਨ ਲਾਈ, ਔਰ ਮੈਂ ਲਿਹੋ ਧਰਮਸਾਲ ਬਣਾਈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਫਿਰ ਤੂੰ ਆਪਣੇ ਦੇਸ਼ ਵਿੱਚ ਧਰਮਸ਼ਾਲਾ ਬਣਾ, ਧਰਮ ਸਥਾਨ ਬਣਾ। ਇੱਥੇ ਸਤ ਸੰਗਤ ਰੋਜ਼ ਹੋਵੇ, ਰੋਜ਼ ਇੱਥੇ ਸੰਗਤ ਬੈਠੇ, ਸੰਗਤ ਜੁੜੇ। ਇਹਦੇ ਵਾਸਤੇ ਧਰਮਸ਼ਾਲਾ ਦੀ ਰਚਨਾ ਕਰੋ। ਹਾਂਜੀ। ਸਤ ਸੰਗਤ ਤਹ ਕਰੋ ਮਹਾਨੀ, ਹਰ ਮਹਿਮਾ ਗਾਵੋ ਗੁਣ ਖਾਨੀ। ਹਰੀ ਦੀ ਮਹਿਮਾ ਗਾਵੋ, ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਵੋ ਉਸ ਧਰਮਸ਼ਾਲਾ ਦੇ ਵਿੱਚ ਬੈਠ ਕੇ। ਹਾਂਜੀ। ਅਸ ਉਪਦੇਸ਼ ਸੀਖ ਲਿയ ਜਬਹੀ, ਪੌਹਲ ਪੱਗ ਕੀ ਦੀਨੀ ਤਬਹੀ। ਜਦੋਂ ਰਾਜੇ ਨੇ ਧਰਮਸ਼ਾਲਾ ਵੀ ਬਣਾ ਲਈ, ਸੰਗਤ ਵੀ ਜੁੜਨੀ ਸ਼ੁਰੂ ਹੋ ਗਈ, ਤੇ ਗੁਰੂ ਜੀ ਨੇ ਫਿਰ ਚਰਨ ਪੌਲ ਵੀ ਬਖਸ਼ ਦਿੱਤੀ, ਆਪਣੀ ਸਿੱਖੀ ਵੀ ਬਖਸ਼ੀ ਉਸ ਨੂੰ। ਕਰੇ ਸਿੱਖ ਆਪਣੇ ਨਰ ਬਰਿੰਦਾ। ਜਦੋਂ ਚਰਨ ਪੌਲ ਦਿੱਤੀ, ਰਾਜਾ ਜਦੋਂ ਗੁਰੂ ਦਾ ਸਿੱਖ ਬਣ ਗਿਆ। ਹਾਂਜੀ। ਕਰੇ ਸਿੱਖ ਆਪਣੇ ਨਰ ਬਰਿੰਦਾ, ਸਤਨਾਮ ਸਿਮਰੋ ਸੁਖ ਕੰਦਾ। ਫਿਰ ਇਸ ਦੇਸ਼ ਦੇ ਵਿੱਚ ਬੜੇ ਸਾਰੇ ਲੋਕ ਜਿਹੜੇ ਨੇ ਉਹ ਸਿੱਖ ਬਣੇ, ਕਿਉਂਕਿ ਹੁੰਦਾ ਇਦਾਂ ਹੀ ਹੈ, ਜਥਾ ਰਾਜਾ ਤਥਾ ਪ੍ਰਜਾ। ਅੱਜ ਉਲਟ ਹੈ। ਇੱਕ ਵੇਲਾ ਸੀ ਪ੍ਰਜਾ ਰਾਜੇ ਵਰਗੀ ਹੁੰਦੀ ਸੀ, ਅੱਜ ਉਲਟ ਹੈ। ਅੱਜ ਪ੍ਰਜਾ ਵਰਗੇ ਰਾਜੇ ਹੁੰਦੇ ਨੇ। ਜਿਹੋ ਜੀ ਚੋਰੀ ਚਕਾਰੀ ਪ੍ਰਜਾ ਕਰਦੀ, ਉਹੋ ਜੇ ਫਿਰ ਉਹਨਾਂ ਦੇ ਚੁਣੇ ਜਿਹੜੇ ਹੁਕਮਰਾਨ ਹੁੰਦੇ ਨੇ, ਫਿਰ ਉਹ ਵੀ ਉਦਾਂ ਹੀ ਕਰਦੇ ਨੇ ਭਾਈ। ਹਾਂਜੀ। ਕਰਤਕ ਕਰਮ ਸਰਬ ਛੁਟਵਾਇਓ, ਨਾਮ ਦਾਨ ਇਸ਼ਨਾਨ ਦੇ ਰੜਾਇਓ। ਸਾਰੇ ਹੁਣ ਸਤਨਾਮ ਦਾ ਸਿਮਰਨ ਕਰਦੇ ਨੇ, ਸਾਰੇ ਲੋਕਾਂ ਦੇ ਕੁਕਰਮ ਛੁੱਟ ਗਏ, ਸਾਰੇ ਲੋਕਾਂ ਨੂੰ ਨਾਮ ਦਾਨ ਇਸ਼ਨਾਨ, ਇਹ ਤਿੰਨ ਸਿੱਖਿਆਵਾਂ ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਦ੍ਰਿੜ ਕਰਾ ਦਿੱਤੀਆਂ। ਹਾਂਜੀ। ਕਿਤਕ ਦਿਵਸ ਜਬ ਰਹਿਤ ਬਿਤਾਏ, ਹਾਥ ਬੰਦ ਨ੍ਰਿਪ ਬੈਨ ਅਲਾਏ। ਕਿਤਕ ਦਿਵਸ ਜਬ ਰਹਿਤ ਬਿਤਾਏ। ਇਸ ਤਰ੍ਹਾਂ ਕਈ ਦਿਨ ਜਦੋਂ ਉੱਥੇ ਰਹਿੰਦੇ ਆ ਸਤਿਗੁਰੂ ਜੀ ਨੇ ਬਤੀਤ ਕੀਤੇ, ਤੇ ਰਾਜਾ ਜਿਹੜਾ ਸੀ ਉਹਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ। ਹਾਂਜੀ। ਚੌਲ ਪਸ਼ਮ ਦੇਸ਼ ਮਮ ਹੋਈ, ਔਰ ਅੰਨ ਉਪਜਤ ਨ ਕੋਈ। ਕਹਿਣ ਲੱਗਾ ਮਹਾਰਾਜ ਜਿੱਥੇ ਸਾਡੇ ਕੁਕਰਮ ਛਡਾਏ ਨੇ, ਸਾਨੂੰ ਧਰਮੀ ਬਣਾਇਆ,
ਜਿੱਥੇ ਧਰਮਸ਼ਾਲਾ ਬਖਸ਼ੀ ਹੈ ਉੱਥੇ ਕਿਰਪਾ ਹੋਰ ਵੀ ਕਰ ਦਿਓ। ਇਸ ਦੇਸ਼ ਵਿੱਚ ਕੇਵਲ ਚਾਵਲ ਦੀ ਖੇਤੀ ਹੁੰਦੀ ਹੈ, ਇੱਕ ਚਾਵਲ ਤੋਂ ਬਿਨਾ ਕੋਈ ਹੋਰ ਖੇਤੀ ਹੁੰਦੀ ਨਹੀਂ। ਚੌਲ ਪੱਛਮ ਦੇਸ਼ ਮਮ ਹੋਈ, ਔਰ ਅੰਨ ਉਪਜਤ ਨ ਕੋਈ। ਭਾਵ ਉੱਥੇ ਕੋਈ ਮੱਕੀ, ਕੋਈ ਕਣਕ, ਕੋਈ ਗੰਨਾ। ਹੁਣ ਉਸ ਵਕਤ ਦੇ ਹਿਸਾਬ ਨਾਲ ਕੇਵਲ ਤੇ ਕੇਵਲ ਉੱਥੇ ਚਾਵਲ ਹੁੰਦੇ ਸਨ। ਹਾਂਜੀ। ਕਿਰਪਾ ਧਾਰ ਬਰ ਦੀਜੈ ਆਬਹੀ, ਅੰਨ ਕਪਾਹਕ ਦਹਿ ਸਭਹੀ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੇਰੇ ਦੇਸ਼ ਨੂੰ ਹੋਰ ਅੰਨ ਦਿਓ, ਹੋਰ ਅਨਾਜ ਵੀ ਦਿਓ, ਮੇਰੇ ਦੇਸ਼ ਨੂੰ ਕਪਾਹ ਵੀ ਦਿਓ। ਹੁਣ ਕੱਪੜੇ ਵਾਸਤੇ ਕਪਾਹ ਜ਼ਰੂਰੀ ਹੈ। ਦੇਖੋ ਪ੍ਰਮਾਤਮਾ ਨੇ ਜਦੋਂ ਇਹ ਸ੍ਰਿਸ਼ਟੀ ਬਣਾਈ ਹੈ ਤਾਂ ਇਹ ਜ਼ਰੂਰ ਚੇਤਾ ਰੱਖਣਾ, ਪੂਰੇ ਕਾ ਕੀਆ ਸਭ ਕਿਛ ਪੂਰਾ। ਇਹਦੇ ਵਿੱਚ ਸਤਿਗੁਰੂ ਜੀ ਨੇ ਕੋਈ ਕਮੀ ਪੇਸ਼ੀ ਨਹੀਂ ਛੱਡੀ। ਜਦੋਂ ਇਹ ਸ੍ਰਿਸ਼ਟੀ ਬਣਾਈ, ਜਦੋਂ ਇਹ ਸੰਸਾਰ ਬਣਾਇਆ ਹੈ, ਜਦੋਂ ਇਸ ਸੰਸਾਰ ਦੀ ਰਚਨਾ ਕੀਤੀ ਹੈ। ਹਾਂਜੀ। ਸੋਣੀ ਨਿਜੇ ਪ੍ਰਿਯ ਭਗਤ ਅਨੰਨੰ, ਕਯੋ ਬਚਨ ਹਵੈ ਹੈ ਸਭ ਅੰਨੰ। ਸੁਣੀ ਨਿਜੈ ਪ੍ਰਿਯ ਭਗਤ ਅਨੰਨੰ। ਸਤਿਗੁਰੂ ਜੀ ਨੇ ਆਪਣੇ ਅਨਨ ਭਗਤ ਦੀ ਬੇਨਤੀ ਨੂੰ ਸੁਣਿਆ। ਦੇਖੋ ਸਵਾਲ ਇਹ ਨਹੀਂ ਕਿ ਰਾਜਾ ਕੁਕਰਮ ਕੀ ਕਰਦਾ ਸੀ। ਉਹਨੇ ਕਿਹਾ ਜੀ ਮੈਂ ਅਣਜਾਣੇ ਵਿੱਚ ਕਰਦਾ ਸੀ, ਮੈਨੂੰ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਸਮਝਾਇਆ ਹੀ ਨਹੀਂ, ਰੋਕਿਆ ਹੀ ਨਹੀਂ। ਜੇ ਤੁਸੀਂ ਅੱਜ ਸਮਝਾ ਦਿੱਤਾ, ਅੱਜ ਤੋਂ ਬਾਅਦ ਕਦੇ ਨਹੀਂ ਕਰਾਂਗਾ। ਸਤਿਗੁਰੂ ਦੀ ਬਾਣੀ ਵਿੱਚ ਇਹ ਦਰਜ ਹੈ ਕਿ ਜਿਹੜਾ ਓਮੀ ਸਾਧ ਹੈ ਉਹਨੂੰ ਕਦੇ ਸਜ਼ਾ ਨਹੀਂ ਹੁੰਦੀ। ਜਿਹਨੂੰ ਓਮ ਅਕਸ਼ਰ ਤੋਂ ਬਗੈਰ ਕੋਈ ਪਤਾ ਹੀ ਨਹੀਂ, ਗਿਆਨ ਹੀ ਨਹੀਂ। ਇਸ ਕਰਕੇ ਪੜ੍ਹਿਆ ਮੂਰਖ ਆਖੀ ਹੈ, ਜੇ ਲੱਭ ਲੋਭ ਅਹੰਕਾਰਾ। ਓਮੀ ਸਾਧਨਾ ਮਾਰੀ ਹੈ। ਸਿਰਫ ਓਮ ਅਕਸ਼ਰ ਦਾ ਜਿਹੜਾ ਗਿਆਤਾ ਹੈ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਉਹਦੇ ਗੁਨਾਹ ਮਾਫ ਨੇ। ਜਿਵੇਂ ਸ਼ੇਰ ਹੈ, ਸ਼ੇਰ ਉਹ ਸ਼ਿਕਾਰ ਕਰਦਾ, ਪਰ ਕਿਸੇ ਨੇ ਕਿਹਾ ਵੀ ਸ਼ੇਰ ਪਾਪੀ ਹੈ। ਸਗੋਂ ਹਰ ਬੰਦਾ ਹੀ ਕਹੀ ਜਾਂਦਾ ਮੈਂ ਸ਼ੇਰ ਹਾਂ। ਤੋ ਸਾਹਮਣੇ ਵਾਲਾ ਬੰਦਾ ਕਹਿੰਦਾ ਵੀ ਰਿਹਾ ਤੇ ਜਾਨਵਰ ਹੀ ਨਾ, ਸ਼ੇਰ ਬਣ ਗਿਆ ਤਾਂ ਕੀ ਹੋ ਗਿਆ। ਸਾਨੂੰ ਬਹੁਤਿਆਂ ਨੂੰ ਆਦਤ ਹੈ ਕਹਿਣ ਦੀ ਮੈਂ ਸ਼ੇਰ ਹਾਂ, ਵੀ ਦੱਸੋ ਵੀ ਜਾਤ ਤੇ ਜਾਨਵਰ ਵਾਲੀ ਹੈ ਨਾ। ਸ਼ੇਰ ਹੋ ਗਿਆ ਤੇ ਤਾਂ ਕੀ ਹੋਇਆ, ਰਿਹਾ ਤੇ ਜਾਨਵਰ ਦਾ ਜਾਨਵਰ ਹੀ। ਚੰਗਾ ਭਲਾ ਬੰਦਾ ਆਪਣੇ ਆਪ ਨੂੰ ਕਹੀ ਜਾਂਦਾ ਮੈਂ ਸ਼ੇਰ ਹਾਂ ਜੀ। ਸਤਿਗੁਰੂ ਜੀ ਨੇ ਉਸ ਰਾਜੇ ਦੀ ਬੇਨਤੀ ਨੂੰ ਸੁਣਿਆ ਤੇ ਬੇਨਤੀ ਨੂੰ ਸੁਣਨ ਤੋਂ ਬਾਅਦ ਕਹਿਓ ਬਚਨ ਹਵੈ ਹੈ ਸਭ ਅੰਨ। ਸਤਿਗੁਰੂ ਕਹਿੰਦੇ ਜਾ ਰਾਜਾ ਤੇਰੇ ਦੇਸ਼ ਵਿੱਚ ਸਾਰਾ ਅੰਨ ਹੋਏਗਾ, ਕੇਵਲ ਚਾਵਲ ਨਹੀਂ, ਉੱਥੇ ਬਾਕੀ ਖੇਤੀ ਵੀ ਹੋਏਗੀ। ਹਾਂਜੀ। ਬਹੁਰ ਗਮਨ ਕੀ ਕੀਨੀ ਤਿਆਰੀ, ਸੁਣ ਕੇ ਮਿਲ ਆਏ ਨਰ ਨਾਰੀ। ਇੱਥੋਂ ਫਿਰ ਸਤਿਗੁਰੂ ਜੀ ਚੱਲਣ ਲੱਗੇ, ਤਿਆਰ ਹੋਏ। ਜਦੋਂ ਤਿਆਰ ਹੋਏ ਤੇ ਪ੍ਰਜਾ ਦੇ ਲੋਕ ਆ ਗਏ। ਉਹਨਾਂ ਨੇ ਆ ਕੇ ਸਤਿਗੁਰੂ ਜੀ ਦੇ ਸਨਮੁਖ ਬੇਨਤੀਆਂ ਕੀਤੀਆਂ। ਹਾਂਜੀ। ਹਾਥ ਬੰਦ ਕੇ ਗਿਰਾ ਉਚਾਰੀ, ਸ਼੍ਰੀ ਗੁਰ ਰਹੋ ਇਹ ਦੇਸ਼ ਮਝਾਰੀ। ਲੋਕ ਆ ਕੇ ਕਹਿੰਦੇ ਨੇ, ਹੱਥ ਜੋੜਦੇ ਨੇ, ਬੇਨਤੀਆਂ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਕਹਿੰਦੇ ਮਹਾਰਾਜ ਨਾ ਜਾਓ, ਇੱਥੇ ਰਹੋ, ਇਸ ਦੇਸ਼ ਨੂੰ ਛੱਡ ਕੇ ਨਾ ਜਾਓ, ਇਸੇ ਦੇਸ਼ ਦੇ ਵਿੱਚ ਸਤਿਗੁਰੂ ਸਾਡੇ ਕੋਲ ਰਹੋ, ਅਸੀਂ ਤੁਹਾਡੀ ਤਨ ਮਨ ਧਨ ਕਰਕੇ ਸੇਵਾ ਕਰਾਂਗੇ। ਹਾਂਜੀ। ਤੁਮ ਆਵਨ ਤੇ ਭਇਓ ਪਵਿੱਤਰਾ,
ਸਿੱਖੀ ਭਾਈ ਵਿਸਾਲ ਵਿਚਿਤਰਾ। ਤੁਹਾਡੇ ਆਉਣ ਨਾਲ ਸਾਡੇ ਦੇਸ਼ ਦੇ ਵਿੱਚ ਸਿੱਖੀ ਪ੍ਰਗਟ ਹੋਈ ਹੈ। ਤੁਹਾਡੇ ਆਉਣ ਨਾਲ ਸਾਡਾ ਦੇਸ਼ ਪਵਿੱਤਰ ਹੋਇਆ। ਹੁਣ ਕਿੱਡਾ ਵੱਡਾ ਪਾਪ ਹੁੰਦਾ ਸੀ ਉਸ ਦੇਸ਼ ਵਿੱਚ, ਤੇ ਕਰਦਾ ਕੌਣ ਸੀ? ਕਰਦਾ ਵੀ ਰਾਜਾ ਸੀ, ਕੋਈ ਆਮ ਆਦਮੀ ਨਹੀਂ ਸੀ ਕਿ ਪਾਪ ਕਰਦਾ ਹੋਵੇ। ਔਰ ਇਹ ਕਿ ਨਹੀਂ ਵੀ ਹੁਣ ਤੋਂ ਕਰਦੇ ਸੀ, ਪੁਸ਼ਦਰ ਪੁਸ਼ਤੀ ਪਾਪ ਕਰੀ ਜਾਂਦੇ ਸੀ। ਔਰ ਲੋਕਾਂ ਨੇ ਇਸ ਪਾਪ ਨੂੰ ਵੀ ਪੁੰਨ ਸਮਝ ਲਿਆ ਸੀ। ਹੁਣ ਜਦੋਂ ਸਮਝ ਆਈ ਤੇ ਕਹਿਣ ਲੱਗੇ ਮਹਾਰਾਜ ਤੁਹਾਡੀ ਬੜੀ ਕਿਰਪਾ ਹੋਈ ਹੈ, ਸਾਡੀ ਤਾਂ ਨਗਰੀ ਪਵਿੱਤਰ ਹੋ ਗਈ, ਸਾਡਾ ਤੇ ਰਾਜ ਪਵਿੱਤਰ ਹੋ ਗਿਆ। ਹਾਂਜੀ, ਕਿਉ ਤੁਮ ਤੂਰਨ ਕਰੋ ਤਿਆਰੀ, ਰਹੋ ਸਦਾ ਨਿਜ ਕਰੁਣਾ ਤਾਰੀ। ਇਸ ਕਰਕੇ ਕਿਉਂ ਤੁਮ ਤੂਰਨ ਕਰੋ ਤਿਆਰੀ, ਤੁਸੀਂ ਛੇਤੀ ਕਿਉਂ ਚੱਲੇ ਹੋ? ਤੁਸੀਂ ਬਹੁਤੇ ਸਮੇਂ ਵਾਸਤੇ ਇੱਥੇ ਕਿਉਂ ਨਹੀਂ ਰਹਿੰਦੇ? ਹਾਂਜੀ, ਇਸ ਪ੍ਰਕਾਰ ਬਿਨਤੀ ਬਹੁ ਕੀਨ, ਤਿਸ ਦਿਨ ਸ਼੍ਰੀ ਗੁਰ ਚਲਣ ਨ ਦੀਨ। ਇਹਨਾਂ ਨੇ ਗੁਰੂ ਜੀ ਨੂੰ ਰੋਕ ਲਿਆ, ਬੜੀਆਂ ਬੇਨਤੀਆਂ ਕੀਤੀਆਂ, ਬੜੀਆਂ ਅਰਦਾਸਾਂ ਕੀਤੀਆਂ, ਬੜੇ ਤਰਲੇ ਕੀਤੇ ਉਹਨਾਂ ਨੇ। ਸਤਿਗੁਰੂ ਜੀ ਇਹਨਾਂ ਦੀਆਂ ਬੇਨਤੀਆਂ ਸੁਣ ਕੇ ਰੁਕ ਗਏ। ਹਾਂਜੀ, ਅਗਲੇ ਦਿਵਸ ਭੋਰ ਪਈ ਜਬਹੀ, ਹੋਏ ਅਲੋਪ ਗਏ ਗੁਰ ਤਬਹੀ। ਪਰ ਜਦੋਂ ਅਗਲੀ ਸਵੇਰ ਹੋਈ ਤੇ ਉਹਨਾਂ ਨੇ ਕੀ ਵੇਖਿਆ, ਉੱਥੇ ਸਤਿਗੁਰੂ ਹੈ ਹੀ ਨਹੀਂ। ਸਤਿਗੁਰੂ ਫਿਰ ਚਲੇ ਗਏ ਉੱਥੋਂ। ਸਤਿਗੁਰੂ ਜੀ ਨੂੰ ਪਤਾ ਸੀ ਫਿਰ ਤੁਰਾਂਗੇ, ਫਿਰ ਹੱਥ ਜੋੜਨਗੇ, ਫਿਰ ਰੋਣਗੇ, ਫਿਰ ਰੋਕਣਗੇ। ਅੱਜ ਸਤਿਗੁਰੂ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਉੱਥੋਂ ਗਮਨ ਕਰਦੇ ਨੇ, ਉੱਥੋਂ ਪ੍ਰਸਥਾਨ ਕਰਦੇ ਨੇ। ਹਾਂਜੀ, ਪੀਛੇ ਤੇ ਬਹੁ ਨਰ ਪਛਤਾਏ, ਦਰਸ਼ਨ ਕਰ ਹਮ ਨੇ ਤ੍ਰਿਪਤਾਏ। ਜਿਹੜੇ ਉਸ ਦੇਸ਼ ਦੇ ਲੋਕ ਸੀ ਉਹ ਬੜੇ ਪਛਤਾਏ ਵੀ ਸਾਨੂੰ ਤੇ ਸੇਵਾ ਦਾ ਅਵਸਰ ਮੌਕਾ ਹੀ ਨਹੀਂ ਮਿਲਿਆ, ਅਸੀਂ ਤੇ ਹੋਰ ਸਮਾਂ ਚਾਹੁੰਦੇ ਸੀ। ਗੁਰੂ ਜੀ ਇੱਥੇ ਰਹਿੰਦੇ, ਗੁਰੂ ਜੀ ਇੱਥੇ ਰੁਕਦੇ, ਅਸੀਂ ਚਾਹੁੰਦੇ ਸੀ, ਪਰ ਸਾਨੂੰ ਇਹ ਅਵਸਰ ਨਹੀਂ ਮਿਲਿਆ, ਸਾਨੂੰ ਇਹ ਮੌਕਾ ਨਹੀਂ ਮਿਲਿਆ। ਹਾਂਜੀ, ਸ਼੍ਰੀ ਗੁਰ ਗਮਣੇ ਲਖ ਅਪੇਵਾ, ਰਹਿਨ ਸੁਬਾਸ਼ਰ ਧਰਨ ਸੇਵਾ। ਇੱਥੋਂ ਮੇਰੇ ਸਤਿਗੁਰੂ ਅੱਗੇ ਗਏ ਨੇ, ਜਿਨ੍ਹਾਂ ਦਾ ਇਹ ਗੁਣ ਹੈ ਉਹ ਅਲੱਖ ਨੇ, ਅਭੇਵ ਨੇ। ਪਰ ਇੱਥੋਂ ਦੇ ਜਿਹੜੇ ਲੋਕ ਨੇ ਉਹ ਸਤਿਗੁਰੂ ਪਿਤਾ ਮਹਾਰਾਜ ਨੂੰ ਸਿਮਰਦੇ ਨੇ, ਦਿਨ ਰਾਤ ਉਹਨਾਂ ਦਾ ਧਿਆਨ ਧਰਦੇ ਨੇ। ਹਾਂਜੀ, ਸਿਮਰੇ ਨਿਸਬਾਸੁਰ ਤਰ ਧਿਆਨਾ, ਬਹੁਤ ਨਰਨ ਕੋ ਭਾਕ ਲਿਆਨਾ। ਇਸ ਤਰ੍ਹਾਂ ਬੜੇ ਸਾਰੇ ਲੋਕ ਜਿਨ੍ਹਾਂ ਨੇ ਆਪਣਾ ਕਲਿਆਣ ਕੀਤਾ, ਆਪਣਾ ਭਲਾ ਕੀਤਾ, ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣੀ, ਗੁਰੂ ਦਾ ਉਪਦੇਸ਼ ਸੁਣਿਆ, ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਉਣਾ ਕੀਤੇ। ਹਾਂਜੀ, ਆਗੇ ਗਮਣੇ ਸ਼੍ਰੀ ਜਗਤੇਸ਼ਾ, ਪਹੁੰਚੇ ਜਾਏ ਔਰ ਇੱਕ ਦੇਸ਼ਾ। ਇੱਥੋਂ ਫਿਰ ਸਤਿਗੁਰੂ ਅੱਗੇ ਗਏ, ਅੱਗੇ ਇੱਕ ਹੋਰ ਦੇਸ਼ ਹੈ। ਉਸ ਦੇਸ਼ ਵਿੱਚ ਜਦੋਂ ਸਤਿਗੁਰੂ ਜੀ ਪ੍ਰਵੇਸ਼ ਕਰਦੇ ਨੇ, ਹਾਂਜੀ, ਅੰਨ ਅਗਣ ਦੋ ਤੈ ਨਾਹੀ, ਆਮਿਖ ਕੋ ਭੋਜਨ ਸਭ ਖਾਹੀ। ਜਿਹੜੇ ਦੇਸ਼ ਸਤਿਗੁਰੂ ਪਹਿਲਾਂ ਆਏ ਨੇ ਉੱਥੇ ਕੇਵਲ ਚਾਵਲ ਹੁੰਦੇ ਨੇ, ਬਾਕੀ ਖੇਤੀ ਨਹੀਂ ਸੀ ਹੁੰਦੀ, ਇਸੇ ਕਰਕੇ ਉਹਨਾਂ ਨੇ ਮੰਗ ਲਈ ਗੁਰੂ ਜੀ ਕੋਲੋਂ। ਹੁਣ ਜਿਹੜੇ ਦੇਸ਼ ਸਤਿਗੁਰੂ ਗਏ ਨੇ ਉੱਥੇ ਕੁਝ ਵੀ ਨਹੀਂ ਹੁੰਦਾ, ਕੋਈ ਅਨਾਜ ਹੁੰਦਾ ਹੀ ਨਹੀਂ, ਚਾਵਲ ਵੀ ਨਹੀਂ ਹੁੰਦੇ ਉੱਥੇ। ਕੇਵਲ ਚਾਵਲ ਨਹੀਂ ਹੁੰਦੇ ਉੱਥੇ, ਅਗਨੀ ਵੀ ਨਹੀਂ ਹੈ। ਉਸ ਦੇਸ਼ ਦੇ ਵਿੱਚ ਅੱਗ ਦਾ ਕੋਈ ਪ੍ਰਾਧਾਨ ਨਹੀਂ ਸੀ, ਕੋਈ ਅਨਾਜ ਨਹੀਂ, ਕੋਈ ਅੰਨ ਨਹੀਂ। ਇਹਦਾ ਅਰਥ ਕੀ ਹੈ
ਨਾ ਕੋਈ ਬੀਜਦਾ ਸੀ, ਨਾ ਕੋਈ ਵੱਢਦਾ ਸੀ, ਨਾ ਕੋਈ ਗੁੰਨਦਾ ਸੀ, ਨਾ ਕੋਈ ਪਕਾਉਂਦਾ ਸੀ। ਉੱਥੇ ਨਾ ਰੋਟੀ ਪੱਕਦੀ ਸੀ, ਨਾ ਕੋਈ ਖਾਂਦਾ ਸੀ। ਕੋਈ ਅਨਾਜ ਉਸ ਦੇਸ਼ ਦੇ ਵਿੱਚ ਹੈ ਹੀ ਨਹੀਂ। ਸਭ ਲੋਕ ਅੰਮ ਖਾਂਦੇ ਸਨ, ਮਾਸ। ਹਾਂਜੀ। ਇੱਕ ਪਾਹਣ ऊपर एक नीचे, आ मिख राखे तिन के बीचे। ਇਹ ਲੋਕ ਇੱਥੇ ਜਿਹੜੇ ਆਮ ਲੋਕ ਜਾਨਵਰ ਮਾਰ ਕੇ ਖਾਂਦੇ ਸੀ, ਉਹ ਸੀ ਦੁੰਬਾ। ਜਿਵੇਂ ਭੇਡਾਂ ਹੁੰਦੀਆਂ, ਬੱਕਰੀਆਂ ਹੁੰਦੀਆਂ, ਇੱਦਾਂ ਦੀ ਇੱਕ ਜਾਤੀ ਜਾਨਵਰਾਂ ਦੀ, ਉਹਨੂੰ ਦੁੰਬਾ ਕਹਿੰਦੇ ਨੇ। ਤੇ ਉਹ ਲੋਕ ਕਰਦੇ ਕੀ ਸੀ? ਦੁੰਬੇ ਦਾ ਮਾਸ ਪਕਾਉਣ ਵਾਸਤੇ ਇੱਕ ਪੱਥਰ ਥੱਲੇ, ਇੱਕ ਪੱਥਰ ਉੱਤੇ, ਤਾਂ ਫਿਰ ਉਹ ਸੂਰਜ ਦੇਵਤੇ ਦੇ ਮੰਤਰ ਪੜ੍ਹਦੇ ਸੀ। ਉਹਦੇ ਨਾਲ ਉਹ ਮਾਸ ਪੱਕ ਜਾਂਦਾ ਸੀ ਤੇ ਖਾ ਲੈਂਦੇ ਸੀ। ਇੱਕ ਪਾਹਣ ਉੱਪਰ ਇੱਕ ਨੀਚੇ, ਆਮਕ ਰਾਖੈ ਤਿੰਨ ਕੇ ਵਿੱਚ। ਦੋ ਪੱਥਰਾਂ ਦੇ ਵਿੱਚ ਉਹ ਦੁੰਬੇ ਦਾ ਮਾਸ ਰੱਖਦੇ ਨੇ। ਹਾਂਜੀ। सवा पहर मंत्र जप भान, इਉਂ पकाए कर है ते खान। 4 ਘੰਟੇ ਤਕਰੀਬਨ ਮੰਤਰ ਪੜ੍ਹਦੇ ਸੀ, ਸਵਾ ਪੈਰ। ਫਿਰ ਉਹ ਮਾਸ ਪੱਕਦਾ ਸੀ, ਫਿਰ ਇਹ ਲੋਕ ਆਪਣੀ ਭੁੱਖ ਮਿਟਾਉਂਦੇ ਸੀ। ਹਾਂਜੀ। ਸੇਵੇ ਚਿਤ ਪਰੀਤ ਕਰ, ਜਾਏ ਜਤਹਾਂ ਅਤੀਤ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਇਹ ਲੋਕ ਜਦੋਂ ਵੀ ਕੋਈ ਇਹਨਾਂ ਦੇ ਦੇਸ਼ ਵਿੱਚ ਆਉਂਦਾ ਹੈ ਤਾਂ ਇਹ ਉਸ ਅਤੀਤ ਦੀ ਸੇਵਾ ਬੜੀ ਕਰਦੇ ਸੀ। ਹੋਏ ਅਤੀਤ ਗ੍ਰਸਤ ਤਜ, ਕੋਈ ਤਿਆਗੀ ਹੋ ਜਾਏ, ਕੋਈ ਸਾਧੂ ਬਣ ਜਾਏ, ਕੋਈ ਸੰਤ ਮਹਾਂਪੁਰਸ਼ ਹੋਵੇ, ਜਿਹੜਾ ਵੀ ਇਸ ਦੇਸ਼ ਆਉਂਦਾ, ਇੱਥੋਂ ਦੇ ਲੋਕ ਉਹਦੀ ਆਓ ਭਗਤ ਬੜੀ ਕਰਦੇ। ਵੇਖੋ, ਪਹਿਲਾਂ ਇੰਨੀ ਟਰੈਵਲਿੰਗ ਨਹੀਂ ਸੀ ਹੁੰਦੀ ਜਿੰਨੀ ਅੱਜ ਹੈ। ਬੰਦਾ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਹੁੰਦਾ ਦੂਜੀ ਥਾਂ ਹੈ ਕਿਹੜੀ ਹੈ। ਅੱਜ ਹਰ ਘਰ ਦੇ ਬੱਚੇ ਨੂੰ ਪਤਾ ਹੈ ਕਿਹੜਾ ਮੁਲਕ ਕਿੱਥੇ ਹੈ, ਕਿਹੜਾ ਸ਼ਹਿਰ ਕਿੱਥੇ ਹੈ। ਤੇ ਮੈਂ ਬਹੁਤ ਵਾਰੀ ਬੇਨਤੀ ਕੀਤੀ, ਜਦੋਂ ਮੈਂ ਪਹਿਲੀ ਵਾਰੀ ਇੰਗਲੈਂਡ ਗਿਆ ਤੇ ਫਿਰ ਆਪਣੇ ਪਿੰਡ ਗਿਆ, ਤੁਸੀਂ ਯਕੀਨ ਕਰਨਾ, ਮੇਰੇ ਪਿੰਡ ਦੇ ਬਜ਼ੁਰਗ ਕਿੰਨੇ ਹੋਣਗੇ ਜਿਨ੍ਹਾਂ ਨੇ ਮੈਨੂੰ ਕੋਲ ਬਿਠਾ ਕੇ ਪੁੱਛਿਆ ਵੀ ਕਾਕਾ ਸੁਣਿਆ ਤੂੰ ਵਲੈਤ ਗਿਆ ਸੀ। ਹੁਣ ਉਹ ਇੰਗਲੈਂਡ ਨੂੰ ਵਲੈਤ ਕਹਿੰਦੇ ਨੇ, ਆਪਾਂ ਬ੍ਰਿਟਿਸ਼ ਵੀ ਕਹਿ ਦਿੰਦੇ ਆ ਗੋਰਿਆਂ ਨੂੰ। ਹੁਣ ਉਹਨਾਂ ਨੂੰ ਅਗਲੀਆਂ ਬਹੁਤੀਆਂ ਤੇ ਭਾਸ਼ਾ ਆਉਂਦੀਆਂ ਨਹੀਂ ਸੀ, ਫਿਰ ਉਹਨਾਂ ਕਹਿਣਾ ਕਾਕਾ ਇਹ ਉਹੀ ਗੋਰੇ ਨੇ ਜਿਨ੍ਹਾਂ ਸਾਡੇ ਤੇ ਰਾਜ ਕੀਤਾ ਜਿੱਥੇ ਤੂੰ ਗਿਆ ਸੀ। ਪਤਾ ਹੀ ਨਹੀਂ ਸੀ ਹੁੰਦਾ। ਦਿੱਲੀ ਬੜੀ ਦੂਰ ਸੀ ਲੋਕਾਂ ਵਾਸਤੇ, ਨਾ ਰੇਡੀਓ, ਨਾ ਅਖਬਾਰ, ਨਾ ਟੀਵੀ, ਕੁਛ ਵੀ ਨਹੀਂ ਸੀ ਹੁੰਦਾ, ਪਤਾ ਹੀ ਨਹੀਂ। ਮੇਰੇ ਵਰਗਾ ਜਿਹੜੀ ਪਿੰਡ ਜਾ ਕੇ ਗੱਪ ਮਾਰ ਦਿੰਦਾ ਸੀ ਉਹੀ ਚੱਲ ਜਾਂਦੀ ਸੀ। ਇਹ ਠੀਕ ਹੈ ਵੀ ਉਦੋਂ ਲੋਕ ਝੂਠ ਨਹੀਂ ਬੋਲਦੇ ਸੀ, ਇਸ ਕਰਕੇ ਬਚਾ ਸੀ। ਹੁਣ ਅੱਜ ਜਿੰਨਾ ਵਿਜ਼ਨ ਹੈ ਓਨਾ ਹੀ ਝੂਠ ਹੈ। ਇਸੇ ਕਰਕੇ ਮਤਲਬ ਤੁਸੀਂ ਚੰਗੇ ਭਲੇ ਸਾਹਮਣੇ ਖਲੋਤੇ ਕਹੀ ਜਾਓ ਕਿ ਮੇਰਾ ਨਾਮ ਅਮਰੀਕ ਸਿੰਘ, ਅਗਲਾ ਕਹਿੰਦਾ ਆਈਡੀ ਕੱਢ, ਮੈਂ ਨਹੀਂ ਮੰਨਦਾ। ਇੰਨਾ ਝੂਠ ਹੋ ਗਿਆ ਹੈ ਕਿ ਸਾਨੂੰ ਖੜੇ ਖੜੋਤੇ ਨੂੰ ਸਾਹਮਣਾ ਇਹ ਬੰਦਾ ਇਹ ਨਹੀਂ ਮੰਨਣ ਵਾਸਤੇ ਤਿਆਰ ਕਿ ਜੋ ਤੂੰ ਕਹਿ ਰਹੇ ਹੋ ਠੀਕ ਹੈ। ਉਹ ਤੁਹਾਡਾ ਛੋਟਾ ਜਿਹਾ ਕਾਰਡ ਵੇਖ ਕੇ ਤੇ ਮੰਨ ਲਏਗਾ ਤੁਸੀਂ ਕੌਣ ਹੋ, ਤੁਹਾਡੇ ਬੋਲਣ ਤੋਂ ਨਹੀਂ ਮੰਨੇਗਾ। ਇਸ ਦੇਸ਼ ਵਿੱਚ ਜਿਹੜੇ ਸਾਧੂ ਫਕੀਰ ਆਉਂਦੇ ਸੀ, ਇਸ ਦੇਸ਼ ਦੇ ਲੋਕ ਉਹਨਾਂ ਦੀ ਆਓ ਭਗਤ ਬੜੀ ਕਰਦੇ ਸੀ। ਭਾਵ ਅਨਾਦਰ ਕਿਸੇ ਦਾ ਨਹੀਂ ਸੀ, ਅਪਮਾਨ ਕਿਸੇ ਦਾ ਨਹੀਂ ਸੀ। ਠੀਕ ਹੈ, ਲੋਕ ਆਉਂਦੇ ਹੀ ਬਹੁਤ ਘੱਟ ਸੀ, ਪਰ ਜਿਹੜਾ ਆ ਜਾਂਦਾ ਸੀ ਉਹਦੀ ਮਹਿਮਾਨ ਨਵਾਜੀ ਹੁੰਦੀ ਸੀ ਇੱਥੇ। ਹਾਂਜੀ। ਜੋ ਦੇਖੇ ਸੁਖ ਵਾਵਈ,
ਤਾਹੇ ਦੇਸ਼ ਕੀ ਰੀਤ। ਜਾਂ ਇਉਂ ਕਹਿ ਲੋ, ਕਵੀ ਜੀ ਕਹਿੰਦੇ ਵੀ ਉਸ ਦੇਸ਼ ਦੀ ਰੀਤ ਐਸੀ ਹੈ। ਰੀਤ ਤੋਂ ਭਾਵ ਕੀ? ਮਰਿਆਦਾ। ਤੁਸੀਂ ਪਾਕਿਸਤਾਨ ਜਾਓਗੇ ਨਾ ਤੇ ਸਾਡੇ ਬੰਦੇ ਖਿੱਲਰ ਕੇ ਆਉਂਦੇ ਨੇ ਉੱਥੋਂ, ਅਸੀਂ ਉੱਥੇ ਗਏ, ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ। ਇਹ ਸੇਵਾ ਉੱਥੋਂ ਤੱਕ ਹੀ ਹੈ ਜਿੱਥੋਂ ਤੱਕ ਪਾਕਿਸਤਾਨ ਵਿੱਚ ਪੰਜਾਬ ਹੈ। ਉਧਰੋਂ ਜਿਹੜੇ ਲੋਕ ਆਉਂਦੇ ਨੇ ਉਹ ਵੀ ਇਦਾਂ ਹੀ ਹੈ, ਉਹ ਵੀ ਖਿੱਲਰਦੇ ਹੀ ਤੁਰੇ ਜਾਂਦੇ ਨੇ, ਕਹਿੰਦੇ ਜੀ ਇੰਡੀਆ ਗਏ ਸੀ, ਬੜੀ ਸੇਵਾ ਹੋਈ। ਪਰ ਇਹ ਸੇਵਾ ਪੰਜਾਬ ਤੱਕ ਹੀ ਹੈ ਜਾਂ ਪੰਜਾਬੀਆਂ ਤੱਕ ਹੀ ਹੈ, ਉਸ ਤੋਂ ਅੱਗੇ ਕੋਈ ਨਹੀਂ ਹੈ। ਪੰਜਾਬੀ ਹਿੰਦੂ ਵੀ ਹੋਏਗਾ ਉਹਦੇ ਵਿੱਚ ਵੀ ਸੰਸਕਾਰ ਹੋਣਗੇ, ਮੁਸਲਮਾਨ ਹੋਏਗਾ ਉਹਦੇ ਵਿੱਚ ਵੀ ਸੰਸਕਾਰ ਹੋਣਗੇ, ਸਿੱਖ ਹੋਏਗਾ ਉਹਦੇ ਵਿੱਚ ਵੀ ਸੰਸਕਾਰ ਹੋਣਗੇ। ਸਾਡੇ 'ਚ ਮਹਿਮਾਨ ਨਵਾਜੀ ਬਹੁਤ ਹੈ। ਅਸੀਂ ਕੋਈ ਆਵੇ ਤਾਂ ਉਹਦੀ ਸੇਵਾ ਕਰੀਦੀ ਹੈ, ਅਸੀਂ ਜਾਈਏ ਤੇ ਅਗਲੇ ਕਰਦੇ ਨੇ। ਹੁਣ ਗੋਰਿਆਂ ਦੇ ਵਿੱਚ ਨਹੀਂ ਹੈਗਾ, ਉੱਥੇ ਵੀ ਦੋਸਤੀ ਪੱਕੀ ਹੈ, ਖਰਚਾ ਆਪੋ ਆਪਣਾ ਹੈ। ਤੁਸੀਂ ਆਪਣਾ ਰੂਮ ਬੁੱਕ ਕਰਾਓ, ਮੈਂ ਆਪਣਾ ਕਰਾਉਣਾ, ਤੁਸੀਂ ਆਪਣੀ ਟਿਕਟ ਲਓ, ਮੈਂ ਆਪਣੀ ਲੈਣਾ, ਤੁਸੀਂ ਆਪਣਾ ਪੇ ਕਰੋ, ਮੈਂ ਆਪਣਾ ਪੇ ਕਰਦਾ, ਦੋਸਤੀ ਪੱਕੀ ਹੈ। ਸਾਡੀ ਇੱਦਾਂ ਹੈ ਨਹੀਂ। ਸਾਡੀ ਇਹ ਵੀ ਅਗਲਾ ਆਵੇ ਤਾਂ ਅਸੀਂ ਕਰਾਂਗੇ, ਅਸੀਂ ਜਾਈਏ ਤੇ ਉਹ ਕਰੇਗਾ। ਇੱਥੋਂ ਦੇ ਲੋਕ ਵੀ ਬੜੇ ਮਹਿਮਾਨ ਨਵਾਜ਼ ਸਨ। ਹਾਂਜੀ। ਬੈਠੇ ਗੁਰੂ ਜਾਏ ਇੱਕ ਥਾਏ, ਦੁੰਬੇ ਤੈ ਅਲੀਆਲ ਚਰਾਏ। ਜਿੱਥੇ ਸਤਿਗੁਰੂ ਬਰਾਜੇ ਉੱਥੇ ਇੱਕ ਇਹਨਾਂ ਦੁੰਬਿਆਂ ਨੂੰ ਚਾਰਨ ਵਾਲਾ ਜਿਹੜਾ ਆਲੀ ਸੀ, ਉਹ ਬੜੇ ਸਾਰੇ ਦੁੰਬੇ ਲੈ ਕੇ ਇਹ ਆਲੀ ਉਹਨਾਂ ਜਾਨਵਰਾਂ ਨੂੰ ਚਾਰ ਰਿਹਾ ਸੀ ਉਸ ਦੇਸ਼ ਵਿੱਚ, ਉਸ ਧਰਤੀ ਤੇ, ਉਸ ਥਾਂ ਤੇ। ਹਾਂਜੀ। ਸੋ ਆਇਓ ਸ੍ਰੀ ਨਾਨਕ ਪਾਸਾ, ਠਾਂਡੋ ਨਿਕਟ ਕੀਨ ਅਰਦਾਸਾ। ਸਤਿਗੁਰੂ ਜੀ ਨੂੰ ਵੇਖ ਕੇ ਉਹ ਇਆਲੀ ਸਤਿਗੁਰੂ ਜੀ ਦੇ ਪਾਸ ਆ ਗਿਆ। ਆ ਕੇ ਉਹਨੇ ਹੱਥ ਜੋੜੇ ਨੇ, ਉਹਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਆ ਕੇ ਕੋਲ ਖਲੋ ਗਿਆ ਤੇ ਅਰਦਾਸ ਕੀਤੀ ਉਹਨੇ। ਹਾਂਜੀ। ਮਾਰੋ ਦੁੰਬਾ ਭੋਜਨ ਕਰੀਐ, ਸ਼ਰਮ ਮਾਰਗ ਕੋ ਸਭ ਪਰ ਹਰੀਐ। ਜਿਵੇਂ ਆਪਾਂ ਕਹਿੰਦੇ ਆ ਵੀ ਚਾਹ ਪੀਓਗੇ ਤੇ ਮੈਂ ਰੱਖਾਂ ਪਤੀਲੀ ਜੀ, ਜੇ ਪ੍ਰਸ਼ਾਦਾ ਛਕੋਗੇ ਤੇ ਫਿਰ ਬਣਾਈਏ ਸਬਜ਼ੀ, ਕਰੀਏ ਫਿਰ ਕੋਈ ਓੜ ਪੋੜ, ਅਸੀਂ ਕਹਿੰਦੇ ਆ। ਹੁਣ ਉਹ ਉਸ ਦੇਸ਼ ਦੀ ਭਾਸ਼ਾ ਤੇ ਉੱਥੋਂ ਦੀ ਵਰਤਾਰਾ ਹੀ ਕੁਝ ਹੋਰ ਸੀਗਾ। ਕਹਿਣ ਲੱਗਾ ਜੀ ਜੇ ਖਾਓਗੇ ਤੇ ਮਾਰਾਂ ਦੁੰਬਾ। ਫਿਰ ਉਹਨਾਂ ਕੋਲ ਹੈ ਹੀ ਇਹ ਸੀ, ਨਾ ਆਟਾ, ਨਾ ਚੌਲ, ਨਾ ਦਾਲ, ਨਾ ਅੱਗ, ਨਾ ਪਾਣੀ, ਕੁਝ ਵੀ ਨਹੀਂ। ਪਾਣੀ ਤੇ ਹੋਏਗਾ ਪਰ ਉੱਥੇ ਅੰਨ ਨਹੀਂ ਸੀ ਹੈਗਾ, ਅੰਨ ਨੂੰ ਪਕਾਉਣ ਵਾਲੀ ਅਗਨੀ ਕੋਈ ਨਹੀਂ ਸੀ। ਕਹਿਣ ਲੱਗਾ ਜੀ ਜੇ ਹੁਕਮ ਕਰੋ ਤੇ ਮਾਰੋ ਦੁੰਬਾ ਭੋਜਨ ਕਰੀਏ, ਸ਼ਰਮ ਮਾਰਗ ਕੋ ਸਭ ਪਰ ਹਰੀਏ। ਕਹਿੰਦਾ ਜਦੋਂ ਰੱਜ ਕੇ ਦੁੰਬਾ ਖਾਓਗੇ ਤੇ ਸਭ ਅਕੇਵੇਂ ਥਕੇਵੇਂ ਵੀ ਰਸਤੇ ਦੇ ਉਤਰ ਜਾਣਗੇ। ਹਾਂਜੀ। ਜੇ ਤੁਮ ਖਾਹੋ ਨ ਮੋਰ ਉਚਾਰੇ, ਮੇਰੋ ਖਾਵਦ ਮੋਕੋ ਮਾਰੇ। ਇਹ ਆਲੀ ਨੇ ਇੱਕ ਨਵੀਂ ਗੱਲ ਵੀ ਕਹੀ। ਕਹਿਣ ਲੱਗਾ ਜੀ ਜੇ ਖਾ ਲੋਗੇ ਤੇ ਬਹੁਤ ਅੱਛਾ ਹੈ, ਪਰ ਜੇ ਤੁਸੀਂ ਨਹੀਂ ਖਾਓਗੇ ਤੇ ਮੇਰਾ ਖਾਵੰਦ ਮੈਨੂੰ ਮਾਰੇਗਾ। ਜਿਹੜਾ ਮੇਰਾ ਮਾਲਕ ਹੈ ਉਹ ਮੈਨੂੰ ਮਾਰੇਗਾ। ਕਿ ਸੰਤ ਆਏ ਸੀ, ਅਤਿਥੀ ਆਏ ਸੀ, ਕੋਈ ਅਤੀਤ ਆਇਆ ਸੀ, ਤੇ ਤੂੰ ਭਾਈ ਸੇਵਾ ਕਿਉਂ ਨਹੀਂ ਕੀਤੀ? ਇੱਕ ਸੁਣੇ ਨਾ ਅਸੀਂ ਵੀ ਜੋਰੀ ਮੰਗੇ ਦਾਨ ਵੇ ਲਾ ਲਓ, ਇੱਕ ਉਹ ਵੀ ਤਰੀਕਾ ਹੈ ਕਿ ਦੂਜਾ ਬੰਦਾ ਤੁਹਾਡੇ ਤੋਂ ਜ਼ਬਰਦਸਤੀ ਮੰਗਦਾ ਹੈ। ਪਰ ਇਸ ਦੇਸ਼ ਦੀ ਉਲਟੀ ਰੀਤੀ ਹੈ, ਇਹ ਜ਼ਬਰਦਸਤੀ ਸੇਵਾ ਕਰਦੇ ਨੇ।
ਜੇ ਨੌਕਰ ਨਾ ਕਰੇ ਤੇ ਮਾਲਕ ਉਹਨੂੰ ਝਿੜਕਦਾ ਵੀ ਤੂੰ ਸੇਵਾ ਕੀਤੀ ਕਿਉਂ ਨਹੀਂ ਬਈ। ਹਾਂਜੀ। ਦੇਸ਼ ਰੀਤ ਹਮਰੇ ਹੈ ਇਹੀ, ਜੋ ਦੇਖੈ ਸੋ ਭੋਜਨ ਦੇਹੀ। ਕਹਿਣ ਲੱਗਾ ਜੀ ਇਹ ਮੇਰੇ ਮੁਲਕ ਦੀ ਰੀਤੀ ਹੈ ਕਿ ਜਿਸ ਨੂੰ ਕੋਈ ਮਹਿਮਾਨ ਪਹਿਲਾਂ ਮਿਲੇ ਉਹੀ ਉਸ ਨੂੰ ਭੋਜਨ ਕਰਾਵੇ। ਜੇ ਤੁਸੀਂ ਮੇਰੇ ਕੋਲੋਂ ਨਹੀਂ ਕਰੋਗੇ, ਕਿਸੇ ਹੋਰ ਕੋਲੋਂ ਕਰੋਗੇ ਤੇ ਇਹਦੀ ਸਜ਼ਾ ਮੈਨੂੰ ਭੁਗਤਣੀ ਪਵੇਗੀ। ਤੇ ਤੁਸੀਂ ਕਿਰਪਾ ਕਰ ਦਿਓ, ਮੈਨੂੰ ਸੇਵਾ ਦਾ ਮੌਕਾ ਦਿਓ, ਮੈਂ ਤੁਹਾਡੇ ਲਈ ਤਿਆਰ ਕਰਦਾ, ਹੁਕਮ ਕਰੋ, ਦੁੰਬਾ ਮਾਰਾਂ। ਹਾਂਜੀ। ਜੇ ਨਾ ਦੀਏ ਤੇ ਡੰਡ ਲਗਾਵੇ, ਮਿਲ ਨਰ ਤਾਂ ਕੋ ਬਹੁਤ ਲਜਾਵੇ। ਜਿਹੜਾ ਵਿਅਕਤੀ ਪਹਿਲਾਂ ਮਿਲੇ ਔਰ ਉਹ ਭੋਜਨ ਨਾ ਕਰਾਵੇ, ਸਾਡੇ ਦੇਸ਼ ਵਿੱਚ ਪਹਿਲੀ ਗੱਲ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਦੰਡ ਦਿੱਤਾ ਜਾਂਦਾ ਹੈ। ਫਿਰ ਉਹਦੇ ਪ੍ਰਤੀ ਲੋਕ ਐਸੇ ਸ਼ਬਦ ਬੋਲਦੇ ਨੇ ਕਿ ਉਹ ਸਾਰੀ ਉਮਰ ਹੀ ਸ਼ਰਮਿੰਦਾ ਰਹਿੰਦੇ ਵੀ ਤੈਨੂੰ ਸ਼ਰਮ ਨਾ ਆਈ। ਕੋਈ ਰਾਹਗੀਰ ਮੁਸਾਫਰ ਆਇਆ ਤੇ ਤੇਰੇ ਤੋਂ ਇੰਨਾ ਵੀ ਨਾ ਸਰਿਆ ਕਿ ਤੂੰ ਉਹਨੂੰ ਇੱਕ ਭੋਜਨ ਹੀ ਕਰਾ ਦੇਨੋ। ਸਾਡੇ ਵਿੱਚ ਇਹ ਹੈ, ਸਾਡੇ ਵਿੱਚ ਬਿਲਕੁਲ ਹੈ, ਪੰਜਾਬੀਆਂ 'ਚ ਖਾਸ ਕਰਕੇ। ਦੇਖੋ ਸਿੱਖ ਧਰਮ ਦੀ ਤਾਂ ਵਡਿਆਈ ਵੱਡੀ ਹੈ, ਗੁਰਦੁਆਰੇ ਦੇ ਵਿੱਚ ਤਾਂ ਕੋਈ ਭੁੱਖਾ ਜਾ ਹੀ ਨਹੀਂ ਸਕਦਾ, ਨਾ ਸਿੱਖਾਂ ਦੇ ਘਰੋਂ ਕੋਈ ਭੁੱਖਾ ਜਾ ਸਕਦਾ। ਪਰ ਪੰਜਾਬੀਅਤ ਦੇ ਵਿੱਚ ਵੀ ਇਹ ਬਹੁਤ ਵੱਡਾ ਗੁਣ ਹੈ। ਮੈਂ ਕਈ ਵਾਰੀ ਜ਼ਿਕਰ ਕੀਤਾ ਵੀ ਅਟਲਾਂਟਾ ਮੈਂ ਤੇ ਘੁੰਮ ਰਿਹਾ ਸੀ, ਮੇਰੇ ਘਰਾਂ 'ਚੋਂ ਚਾਚੇ ਦੇ ਬੇਟੇ ਦੀ ਉੱਥੇ ਦੁਕਾਨ ਸੀ, ਉਹਦਾ ਸ਼ੋਰੂਮ ਸੀਗਾ, ਤੇ ਮੈਂ ਉੱਥੇ ਛੋਟੀ ਜਿਹੀ ਮਾਰਕੀਟ ਉੱਤੇ ਘੁੰਮਣ ਲੱਗ ਗਿਆ। ਘੁੰਮਦਾ ਘੁੰਮਦਾ ਮੈਂ ਇੱਕ ਸਟੋਰ ਤੇ ਗਿਆ। ਉਹ ਬੰਦੇ ਨੇ ਮੈਨੂੰ ਨਹੀਂ ਬੁਲਾਇਆ, ਮੈਂ ਉਹਨੂੰ ਨਹੀਂ ਬੁਲਾਇਆ। ਸਟੋਰ ਫਿਰ ਤੁਰ ਕੇ ਜਦੋਂ ਮੈਂ ਨਿਕਲਣ ਲੱਗਾ ਤੇ ਮੈਨੂੰ ਕਹਿਣ ਲੱਗਾ ਵੀ ਸਰਦਾਰ ਜੀ ਇੱਦਾਂ ਕਿਵੇਂ ਚੱਲੇ ਹੋ, ਪਾਣੀ ਪੀ ਲਓ, ਕੋਈ ਠੰਡਾ ਕੋਕ ਲੈ ਲਓ। ਨਹੀਂ ਇੱਦਾਂ ਨਹੀਂ, ਕੁਛ ਤਾਂ ਲਓ ਨਾ। ਫਿਰ ਮੈਂ ਵਾਪਸ ਮੁੜਿਆ। ਫਿਰ ਮੈਨੂੰ ਪਤਾ ਲੱਗਾ ਵੀ ਉਹ ਬੰਦਾ ਮੁਸਲਮਾਨ ਹੈ, ਪਾਕਿਸਤਾਨ ਤੋਂ। ਪਰ ਉਹ ਪਾਕਿਸਤਾਨ ਵੀ ਉਦੋਂ ਗਏ ਨੇ ਜਦੋਂ ਬਟਵਾਰਾ ਹੋਇਆ, ਉਦੋਂ ਪਹਿਲਾਂ ਅੰਮ੍ਰਿਤਸਰ ਹੀ ਰਹਿੰਦੇ ਸੀ ਉਹ। ਫਿਰ ਉਹਨੇ ਬੜੀਆਂ ਗੱਲਾਂ ਕੀਤੀਆਂ, ਪਰ ਮੈਂ ਜਿਹੜੀ ਆਪ ਜੀ ਨਾਲ ਸਾਂਝ ਸਿਰਫ ਇੱਕੋ ਹੀ ਪੱਖ ਹੈ ਕਿ ਭਾਵੇਂ ਉਹ ਮੇਰੇ ਨਾਲ ਪਹਿਲਾਂ ਨਹੀਂ ਬੋਲਿਆ, ਪਰ ਜਦੋਂ ਮੈਂ ਬਿਨਾਂ ਕੁਝ ਲੈ ਨਿਕਲਣ ਲੱਗਾ ਤੇ ਫਿਰ ਉਹਨੇ ਕਿਹਾ ਨਹੀਂ ਨਹੀਂ ਇੱਦਾਂ ਨਹੀਂ, ਕੁਛ ਤਾਂ ਲਾਉਣਾ। ਇਹ ਸਾਡੇ ਵਿੱਚ ਇੱਕ ਰਵਾਇਤ ਹੈ, ਇੱਕ ਮਰਿਆਦਾ ਹੈ। ਹੁਣ ਉਹ ਇਹ ਆਲੀ ਵੀ ਇਹੋ ਹੀ ਕਹਿੰਦਾ ਹੈ ਕਿ ਜੇ ਨਾ ਦੇਹੇ ਤੇ ਡੰਡ ਲਗਾਵੇਂ, ਮਿਲ ਨਰ ਤਾਂ ਕੋ ਬਹੁਤ ਲਿਜਾਵੇਂ। ਜੇ ਤੁਸੀਂ ਨਹੀਂ ਖਾਓਗੇ ਤੇ ਮੈਨੂੰ ਸਜ਼ਾ ਮਿਲੇਗੀ, ਮੈਨੂੰ ਲੋਕ ਸ਼ਰਮਿੰਦਾ ਕਰਨਗੇ। ਹਾਂਜੀ। ਅੰਨ ਅਗਣ ਏ ਠਾਣਹੀਂ, ਨਾਹੇ ਓਡੀ ਕੋ ਤਾਹੇ। ਅੰਨ ਅਗਨ ਇਹ ਠਾਂ ਨਹੀਂ। ਕਹਿਣ ਲੱਗਾ ਜੀ ਹੁਣੇ ਹੀ ਖਾ ਲਓ, ਮੇਰੇ ਕੋਲ ਹੀ ਲੈ ਲਓ। ਮੈਂ ਚਲਾ ਗਿਆ ਤੇ ਇੱਥੇ ਅੱਗ ਤੇ ਹੈ ਨਹੀਂ, ਨਾ ਅੱਗ ਹੈ ਨਾ ਅੰਨ ਹੈ, ਦੂਜੀ ਤਾਂ ਕੋਈ ਚੀਜ਼ ਹੈ ਨਹੀਂ ਖਾਣ ਵਾਸਤੇ। ਫਿਰ ਵੀ ਕੋਈ ਆਏਗਾ ਤਾਂ ਉਹ ਵੀ ਦੁੰਬਾ ਹੀ ਕਹੇਗਾ ਕਿ ਵੀ ਖਾਓਗੇ ਤੇ ਮਾਰਾਂ। ਹੋਰ ਇੱਥੇ ਕੁਛ ਨਹੀਂ ਹੈਗਾ। ਹੋਰ ਵੀ ਆਏਗਾ, ਉਹ ਵੀ ਇਹੋ ਹੀ ਖਵਾਏਗਾ, ਇਹੋ ਹੀ ਮੈਂ ਖਵਾਉਣਾ। ਤੇ ਚੰਗਾ ਹੋਵੇ ਤੁਸੀਂ ਇਹ ਸੇਵਾ ਮੈਨੂੰ ਹੀ ਦੇ ਦਿਓ। ਹਾਂਜੀ। ਗੁਰੂ ਕਹੈ ਦੁੰਬਾ ਕੋ ਦਿਓ ਪਕਾਏ ਤਾਂ ਖਾਹੇ। ਸਤਿਗੁਰੂ ਕਹਿਣ ਲੱਗੇ ਚੰਗਾ ਭਾਈ ਫਿਰ ਲਿਆ, ਪਕਾ ਉਸ ਨੂੰ। ਹਾਂਜੀ। ਮਾਰ ਦੁੰਬਾ 3 ਮਾਸ ਬਣਾਇਓ, ਜਾਪ ਪਾਣ ਕਰ ਤਵੇ ਪਕਾਇਓ। ਹੁਣ ਉਸਨੇ ਆਪਣੇ ਹਿਸਾਬ ਨਾਲ ਦੁੰਬਾ ਮਾਰਿਆ, ਦੁੰਬਾ ਪਕਾਇਆ, ਮੁੜ ਕੇ ਲਿਆ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤਾ। ਕਹਿਣ ਲੱਗਾ ਜੀ ਖਾਓ। ਹਾਂਜੀ। ਕਰ ਤਿਆਰ ਤਰ ਦੀਨ ਅਗਾਰੀ,
ਦੇਖ ਗੁਰੂ ਤਬ ਗਿਰਾ ਉਚਾਰੀ। ਤਦੋਂ ਫਿਰ ਕੀ ਹੋਇਆ, ਜਦੋਂ ਸਤਿਗੁਰਾਂ ਨੇ ਵੇਖਿਆ ਵੀ ਇਹਨੇ ਤੇ ਕਮਾਲ ਹੀ ਕਰਤੀ ਹੈ, ਫਟਾਫਟ ਸਾਰਾ ਕੁਝ ਕਰ ਲਿਆ ਇਸਨੇ, ਹਾਲਾਂਕਿ ਸਵਾ ਪੈਰ ਤੇ ਲੱਗਾ ਹੀ ਹੋਏਗਾ। ਗੁਰੂ ਪਿਤਾ ਮਹਾਰਾਜ ਨੇ ਜਦੋਂ ਉਸ ਦੀ ਇਸ ਦਸ਼ਾ ਨੂੰ ਵੇਖਿਆ ਕਿ ਇਹ ਤਾਂ ਹੁਣ ਪਰੋਸ ਕੇ ਲੈ ਆਇਆ, ਕਹਿਣ ਲੱਗਾ ਖਾਓ ਜੀ। ਹਾਂਜੀ। ਇਸ ਕੀ ਅਸਤ ਖਾਲ ਹੈ ਜੋ ਇਕੱਠੀ ਕਰ ਢਿੱਗ ਅੰਨ ਸੋ। ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹਦੀ ਖੱਲ ਕਿੱਥੇ ਹੈ, ਇਹਦਾ ਸਿਰ, ਇਹਦੇ ਪੈਰ, ਉਹ ਕਿੱਥੇ ਨੇ ਸਾਰੇ। ਹਾਂਜੀ। ਆय ਸਮਾਨ ਅਸ਼ਤ ਚੁਣ ਸਾਰੇ ਪਾਏ ਚਰਮ ਮੈਂ ਤਰੇ ਅਗਾਰੇ। ਜੋ ਕੁਝ ਵੀ ਉਹਦੀ ਉਹਨੇ ਕੋਈ ਛਿੱਲ, ਕੋਈ ਖਾਲੋ ਉਤਾਰੀ ਹੋਏਗੀ, ਕੋਈ ਕੱਟਾ ਵੱਡੀ ਕੀਤੀ ਹੋਏਗੀ, ਜੋ ਕੁਝ ਵੀ ਉਹਦੇ ਉਹ ਸਰੀਰ ਦੇ ਬਾਕੀ ਹਿੱਸੇ ਹੋਣਗੇ ਉਹਨੇ ਇਕੱਠੇ ਕੀਤੇ, ਉਸੇ ਖੱਲ ਦੇ ਵਿੱਚ ਲਪੇਟੇ, ਜਿਵੇਂ ਕਿਸੇ ਕੱਪੜੇ 'ਚ ਲਪੇਟ ਦੇਈਦੇ ਨੇ, ਤੇ ਉਹ ਵੀ ਲਿਆ ਕੇ ਗੁਰੂ ਜੀ ਦੇ ਕੋਲ ਰੱਖ ਦਿੱਤੇ। ਕਹਿਣ ਲੱਗਾ ਜੀ ਆਹ ਲਓ। ਹਾਂਜੀ। ਤੇ ਬਿਲੋਕ ਬੋਲੇ ਜਗ ਸਾਈ ਉਠ ਦੁੰਬੇ ਚਰੀਏ ਹਰਿਆਈ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਦੁੰਬਿਆ ਉੱਠ ਜਾ ਕੇ ਘਾਹ ਚਰ। ਖਾਦਾ ਨਹੀਂ ਹੈ, ਖੱਲ ਮੰਗਾ ਲਈ, ਉਹਦੇ ਸਰੀਰ ਦੇ ਹਿੱਸੇ ਮੰਗਾ ਲੈ, ਬਚਨ ਆਖੇ ਉੱਠ ਜਾ ਕੇ ਘਾਹ ਚਰ। ਹਾਂਜੀ। ਬਚਨ ਕਰਿਓ ਜੀਵਿਓ ਤਤਕਾਲਾ ਦੇਖਤ ਪਾਇਓ ਹੈਰਾਨ ਏ ਅੱਲਾ। ਉਹ ਦੁੰਬਾ ਕਹਿੰਦੇ ਜੀਦਾ ਹੋ ਗਿਆ, ਉੱਠਿਆ ਤੇ ਭੱਜ ਗਿਆ। ਉਹ ਜਿਹੜਾ ਇਆਲੀ ਸੀ ਉਹ ਬੜਾ ਪਰੇਸ਼ਾਨ ਹੋਇਆ ਵੀ ਇਹ ਕੀ ਬਣਿਆ, ਇੱਦਾਂ ਕਿੱਦਾਂ ਹੋ ਸਕਦਾ ਵੀ ਮੈਂ ਇਸ ਨੂੰ ਆਪ ਮਾਰਿਆ, ਮੈਂ ਇਸ ਨੂੰ ਆਪ ਵੱਢਿਆ, ਇੱਦਾਂ ਕਿੱਦਾਂ ਹੋ ਗਿਆ। ਉਹ ਬੜਾ ਵਿਸਮਾਦਿਤ ਹੋਇਆ। ਉਹਨੇ ਅਚਰਜ ਕੌਤਕ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਸੀ। ਹਾਂਜੀ। ਕਲਾਵਾਨ ਜਬ ਮਨ ਮੈਂ ਚੀਨਉ ਚਰਨ ਕਮਲ ਪਰ ਬੰਧਨ ਕੀਨਉ। ਉਹਨੂੰ ਸਮਝ ਆ ਗਈ ਇਹ ਕਲਾਵਾਨ ਪੁਰਖ ਹੈ। ਹੁਣ ਉਸਨੇ ਗੁਰੂ ਜੀ ਦੇ ਚਰਨਾਂ ਤੇ ਫਿਰ ਸਿਰ ਰੱਖ ਕੇ ਮੱਥਾ ਟੇਕਿਆ। ਕਹਿਣ ਲੱਗਾ ਜੀ ਮੇਰੀ ਭੁੱਲ ਬਖਸ਼ੋ, ਮੈਂ ਤੇ ਇਸ ਤਰ੍ਹਾਂ ਜਾਣਿਆ ਹੀ ਨਹੀਂ, ਮੈਂ ਤਾਂ ਜਿਵੇਂ ਆਮ ਅੱਗੇ ਸਾਧੂ ਆਉਂਦੇ ਸੀ ਉੱਦਾਂ ਦਾ ਹੀ ਸਾਧੂ ਸਮਝ ਲਿਆ, ਮੈਨੂੰ ਕੀ ਪਤਾ ਤੁਸੀਂ ਏਡੇ ਵੱਡੇ ਕਲਾਵਾਨ ਪੁਰਖ ਹੋ। ਹਾਂਜੀ। ਵਿਆਸਿਓ ਸ਼ਰਦਾ ਤਾਰ ਸਮੀਪਾ ਤਬ ਬੋਲੇ ਬੇਦੀ ਕੁਲ ਦੀਪਾ। ਉਹ ਬੜੀ ਸ਼ਰਧਾ ਵਿੱਚ ਭਰ ਗਿਆ। ਜਦੋਂ ਬੜੀ ਸ਼ਰਧਾ ਵਿੱਚ ਭਰਿਆ ਇਹ ਆਲੀ ਦੁੰਬਿਆਂ ਨੂੰ ਚਾਰਨ ਵਾਲਾ, ਤਦੋਂ ਫਿਰ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਸਾਹਾ ਵਿਸਾਲ ਬਲੋਕੋ ਜੋ ਪੁਰ ਤੇ ਜਾਏ ਬੁਲਾਵੋ ਸੋ। ਸਤਿਗੁਰੂ ਕਹਿਣ ਲੱਗੇ ਭਾਈ ਤੂੰ ਇੰਜ ਕਰ, ਜੇ ਤੂੰ ਸ਼ਰਧਾ ਰੱਖੀ ਹੈ ਤੇ ਤੂੰ ਸਾਡੇ ਕੋਲ ਬੈਠ ਨਹੀਂ। ਉਹ ਤਾਂ ਬਹਿ ਗਿਆ ਗੁਰੂ ਜੀ ਦੇ ਕੋਲ। ਕਹਿੰਦੇ ਉੱਠ ਆਪਣੀ ਨਗਰੀ ਵਿੱਚ ਜਾ ਆਪਣੀ ਨਗਰੀ ਦੇ ਬਾਦਸ਼ਾਹ ਨੂੰ ਲੈ ਕੇ ਆ, ਰਾਜੇ ਨੂੰ ਲੈ ਕੇ ਆ। ਹਾਂਜੀ। ਆय ਸਮਾਨ ਨਗਰ ਮੈਂ ਗਇਓ ਸ਼ਾਹ ਏਕ ਢਿੱਗ ਬੈਠਤ ਭਇਓ। ਇਹ ਆਪਣੀ ਨਗਰੀ ਵਿੱਚ ਗਿਆ। ਇਹਨੇ ਜਾ ਕੇ ਰਾਜੇ ਨੂੰ ਬੇਨਤੀ ਕੀਤੀ ਵੀ ਰਾਜਾ ਮੇਰੇ ਨਾਲ ਤੇ ਅੱਜ ਇਸ ਤਰ੍ਹਾਂ ਹੋਇਆ, ਮੈਂ ਤੇ ਕੋਈ ਅਤੀਤ ਜਾਣ ਕੇ ਕਿਹਾ ਜੀ ਦੁੰਬਾ ਮਾਰਾਂ ਜੇ ਖਾਓਗੇ ਤਾਂ, ਤੇ ਮੈਨੂੰ ਕੀ ਪਤਾ ਸੀ ਵੀ ਉਹ ਏਡਾ ਕਲਾਵਾਨ ਪੁਰਖ ਹੈ। ਹਾਂਜੀ। ਕਹਿਣ ਲੱਗਿਓ ਸੁਣੀਏ ਬਿਰਤੰਤਾ ਵਹਿਰ ਸੰਤ ਹੈ ਇੱਕ ਦੁਖ ਹੰਤਾ। ਕਹਿਣ ਲੱਗਾ ਜੀ ਬਾਹਰ ਕੋਈ ਸੰਤ ਆਇਆ, ਉਹ ਸਾਰੇ ਦੁੱਖ ਮਟਾਉਣ ਦੀ ਸ਼ਕਤੀ ਰੱਖਦਾ ਹੈ। ਹਾਂਜੀ।
कलावान है परम उदारा, तिहने ते को निकट हकारा। ਉਹ ਬੜੀ ਅਜ਼ਮਤ ਵਾਲਾ ਪੁਰਖ ਹੈ ਤੇ ਉਹਨੇ ਮੈਨੂੰ ਉਚੇਚਾ ਘੱਲਿਆ ਵੀ ਜਾ ਆਪਣੇ ਰਾਜੇ ਨੂੰ ਬੁਲਾ ਕੇ ਲੈ ਕੇ ਆ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ